ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਫੇਰ ਮੈਂ ਤੁਹਾਡੇ ਵਾਸਤੇ ਤੁਹਾਡੇ ਆਪਣੇ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਪਰ ਇੱਕ ਹੋਰ ਨਵੀਂ ਗਾਥਾ ਲੈ ਕੇ ਆਇਆ। ਸੋ ਅੱਜ ਕੱਲ੍ਹ ਆਪਾਂ ਜਾਪ ਸਾਹਿਬ ਜੀ ਦੇ ਕੌਤਕਾਂ ਦੀ ਗੱਲ ਕਰ ਰਹੇ ਹਾਂ। ਜਾਪ ਸਾਹਿਬ ਜੀ ਦੇ ਕੌਤਕ। ਸੋ ਆਪਣਾ ਅੱਜ ਦਾ ਵਿਸ਼ਾ ਹੈ ਜਾਪ ਸਾਹਿਬ ਜੀ ਦੀ ਬਾਣੀ ਦਾ ਪ੍ਰਤਾਪ। ਯਾਨੀ ਜਾਪ ਸਾਹਿਬ ਜੀ ਦੀ ਬਾਣੀ ਦੇ ਪ੍ਰਤਾਪ ਦੇ ਨਾਲ ਅੱਜ ਦਾ ਵਿਸ਼ਾ ਹੈ ਉਸ ਦੇ ਪੁੱਤ ਦਾ ਵਿਆਹ 9/9/2009 ਨੂੰ ਹੀ ਹੋਇਆ। ਉਸ ਦੇ ਪੁੱਤ ਦਾ ਵਿਆਹ 9/9/2009 ਨੂੰ ਹੀ ਹੋਇਆ। ਸੋ ਸੰਗਤ ਜੀ, ਅੱਜ ਕੱਲ੍ਹ ਆਪਾਂ ਹਾਂਗਕਾਂਗ ਦੀਆਂ ਗੱਲਾਂ ਕਰ ਰਹੇ ਹਾਂ ਅਤੇ ਅੱਜ ਆਪਾਂ ਹਾਂਗਕਾਂਗ ਦੀ ਇੱਕ ਹੋਰ ਗਾਥਾ ਸਾਂਝੀ ਕਰਾਂਗੇ। ਇਹ ਜੋ ਗਾਥਾਵਾਂ ਅਸੀਂ ਸੁਣ ਰਹੇ ਹਾਂ ਉਸ ਵੇਲੇ ਦੀਆਂ ਹਨ। ਇਹ ਜੋ ਵਾਰਤਾਵਾਂ ਜਾਂ ਗਾਥਾਵਾਂ ਸੁਣ ਰਹੇ ਹਾਂ ਅਸੀਂ, ਇਹ ਉਸ ਵੇਲੇ ਦੀਆਂ ਹਨ ਜਦੋਂ ਮੈਂ ਤੁਰ ਫਿਰ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਯਾਤਰਾਵਾਂ ਕਰਦਾ ਹੀ ਰਹਿੰਦਾ ਸੀ। ਇਸ ਤਰ੍ਹਾਂ ਤੁਰਦਿਆਂ ਫਿਰਦਿਆਂ ਹੀ ਕੋਈ ਲੋੜਵੰਦ ਸਾਹਮਣੇ ਆ ਜਾਂਦਾ ਸੀ ਤਾਂ ਮੈਂ ਉਸ ਦਾ ਦੁੱਖ ਦੂਰ ਕਰਨ ਵਿੱਚ ਉਸ ਦੀ ਸਹਾਇਤਾ ਕਰ ਦਿੰਦਾ ਸੀ। ਜਾਂ ਫਿਰ ਸੰਗਤ ਇੱਕ ਥਾਂ ਉੱਤੇ ਮੇਰੇ ਕੋਲ ਇਕੱਠੀ ਹੋ ਜਾਂਦੀ ਸੀ ਤਾਂ ਅਸੀਂ ਮਿਲ ਕੇ ਆਪਣੇ ਆਪਣੇ ਜੀਵਨ ਦੀਆਂ ਕਹਾਣੀਆਂ ਸਾਂਝੀਆਂ ਕਰ ਲੈਂਦੇ ਸੀ ਅਤੇ ਉਹਨਾਂ ਦੇ ਹੱਲ ਲੱਭ ਲੈਂਦੇ ਸੀ। ਇਹ ਸਾਰਾ ਕੁਝ ਉਸ ਸਮੇਂ ਮੈਂ ਆਪਣੇ ਹੱਥੀਂ ਹੀ ਕਰਦਾ ਸੀ ਜਾਂ ਉਹਨਾਂ ਦੇ ਕੋਲੇ ਬੈਠ ਕੇ ਕਰਵਾ ਲੈਂਦਾ ਸੀ। ਪਰ ਸੰਗਤ ਜੀ, ਅੱਜ ਕੱਲ੍ਹ ਮੈਂ ਆਪ ਕੁਝ ਨਹੀਂ ਕਰਦਾ। ਮੈਂ ਆਪਣੇ ਕਮਰੇ ਵਿੱਚ ਹੀ ਬੰਦ ਰਹਿੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਲੋੜਵੰਦ ਅਤੇ ਦੁਖੀ ਜੀਵ ਮੇਰੀਆਂ ਵੀਡੀਓਜ਼ ਨੂੰ ਚੰਗੀ ਤਰ੍ਹਾਂ ਸੁਣ ਕੇ ਅਤੇ ਸਮਝ ਕੇ ਪਹਿਲਾਂ ਉਸ ਬਾਣੀ ਦਾ 2-4 ਮਹੀਨੇ ਚੰਗੀ ਤਰ੍ਹਾਂ ਅਭਿਆਸ ਕਰਨ ਅਤੇ ਫਿਰ ਬਾਣੀ ਦੀ ਉਸ ਤਾਕਤ ਨੂੰ ਆਪਣੇ ਕੰਮਾਂ ਵਿੱਚ ਵਰਤਣ। ਮੇਰੀ ਪਹਿਲੀ ਅਤੇ ਆਖਰੀ ਇੱਛਾ ਇਹੋ ਹੀ ਹੈ। ਮੇਰੀ ਪਹਿਲੀ ਅਤੇ ਆਖਰੀ ਇੱਛਾ ਇਹੋ ਹੀ ਹੈ ਕਿ ਤੁਸੀਂ ਪਹਿਲਾਂ ਗੁਰਬਾਣੀ ਦਾ ਵੀਡੀਓਜ਼ ਦੇ ਮੁਤਾਬਕ ਜਿਹੜੀ ਗੁਰਬਾਣੀ ਦਾ ਇਹ ਸ਼ਬਦ ਨੂੰ ਜਾਂ ਜਿਹੜੀ ਬਾਣੀ ਨੂੰ ਵੀਡੀਓਜ਼ ਦੇ ਵਿੱਚ ਪਾਵਰਫੁੱਲ ਕਰਕੇ ਦੱਸਿਆ ਗਿਆ ਹੈ, ਉਹਦੇ ਰਾਹੀਂ ਕਿਸੇ ਦਾ ਕੰਮ ਹੋਇਆ, ਤੁਸੀਂ ਪਹਿਲਾਂ ਉਸ ਬਾਣੀ ਦਾ 2-4 ਮਹੀਨੇ ਅਭਿਆਸ ਕਰੋ। ਅਭਿਆਸ ਕਰੋ ਮੀਨਸ ਦੂਜੀ ਭਾਸ਼ਾ ਦੇ ਵਿੱਚ ਇੱਦਾਂ ਕਹਿ ਲਓ ਵੀ ਉਸ ਦਾ ਚੰਗੀ ਤਰ੍ਹਾਂ ਜਾਪ ਕਰੋ, ਉਸ ਦੀ ਐਨਰਜੀ ਆਪਣੇ ਅੰਦਰ ਭਰ ਲਓ, ਤਾਕਤਵਰ ਹੋ ਜਾਓ। ਮੈਂ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਬੇਨਤੀ ਕਰਦਾ ਹਾਂ ਕਿ ਉਹ 23 ਅਗਸਤ ਤੱਕ 23 ਅਗਸਤ ਤੱਕ ਯਾਨੀ ਕਿ 15 ਦਿਨਾਂ ਤੱਕ ਮੈਨੂੰ ਫੋਨ ਨਾ ਕਰਨ। ਅੱਜ 8 ਤਰੀਕ ਹੋਈ ਹੈ ਅਗਸਤ ਦੀ, ਦੈਨ 23 ਤਰੀਕ ਤੱਕ ਕੋਈ ਵੀ ਗੁਰਮੁਖ ਪਿਆਰਾ ਜਾਂ ਲੋੜਵੰਦ
ਮੈਨੂੰ ਫੋਨ ਨਾ ਕਰਨ ਦੀ ਨਾ ਕਰੇ, ਕਿਉਂਕਿ ਮੈਂ ਕਿਸੇ ਦੇ ਵੀ ਫੋਨ ਦਾ ਜਵਾਬ ਨਹੀਂ ਦੇ ਸਕਾਂਗਾ। ਇਹ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ। ਸੋ ਆਓ ਸੰਗਤ ਜੀ, ਆਪਾਂ ਅੱਜ ਦੀ ਗਾਥਾ ਸ਼ੁਰੂ ਕਰਦੇ ਹਾਂ। ਇਹ ਗਾਥਾ ਉਸੇ ਭੈਣ ਜੀ ਦੀ ਹੈ ਜਿਸ ਭੈਣ ਜੀ ਦਾ ਬੱਚਾ ਕਈ ਸਾਲਾਂ ਬਾਅਦ ਘਰ ਵਾਪਸ ਆ ਗਿਆ ਸੀ। ਉਹ ਬੀਬੀ ਇੱਕ ਦਿਨ ਮੇਰੇ ਕੋਲ ਆ ਕੇ ਕਹਿਣ ਲੱਗੀ, ਬਾਬਾ ਜੀ, ਅਸੀਂ ਆਪਣੇ ਬੱਚੇ ਦਾ ਵਿਆਹ ਕਰਨਾ ਚਾਹੁੰਦੇ ਹਾਂ ਅਤੇ ਲੜਕਾ ਲੜਕੀ ਇੱਕ ਦੂਜੇ ਨੂੰ ਜਾਣਦੇ ਹਨ ਪਹਿਲਾਂ ਤੋਂ ਹੀ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਵਿਆਹ ਜਲਦੀ ਹੋ ਜਾਏ ਅਤੇ ਲੜਕੀ ਦਾ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰ ਇਸ ਵਿਆਹ ਵਾਸਤੇ ਮੰਨ ਜਾਣ। ਸਾਡੇ ਬੱਚੇ ਦਾ ਜਨਮ 9 ਸਤੰਬਰ ਦਾ ਹੈ। ਸਾਡੇ ਬੱਚੇ ਦਾ ਜਨਮ 9 ਸਤੰਬਰ ਦਾ ਹੈ। ਮੈਂ ਚਾਹੁੰਦੀ ਹਾਂ ਕਿ ਉਸ ਦਾ ਵਿਆਹ ਉਸ ਦੇ ਜਨਮ ਦਿਨ ਵਾਲੇ ਦਿਨ ਹੀ ਕੀਤਾ ਜਾਵੇ। ਕੁਦਰਤੀ ਹੁਣ ਸਾਲ ਵੀ 2009 ਚੱਲ ਰਿਹਾ ਹੈ ਤੇ ਸਾਡੀ ਦਿਲੀ ਇੱਛਾ ਹੈ ਕਿ 9/9/9 ਨੂੰ ਵਿਆਹ ਹੋ ਜਾਏ, ਤਿੰਨੇ ਨਾਏ ਇਕੱਠੇ ਹੋ ਜਾਣ ਸਾਡੇ ਬੱਚੇ ਦੇ ਵਿਆਹ ਵੇਲੇ, ਭਾਵ ਕਿ ਵਿਆਹ ਵਾਲੇ ਦਿਨ ਤਿੰਨੇ ਨਾਏ ਇਕੱਠੇ ਹੋਣ। ਤੁਸੀਂ ਹੀ ਗੁਰੂ ਨਾਨਕ ਜੀ ਅੱਗੇ ਅਰਦਾਸ ਕਰਕੇ ਇਹ ਕੰਮ ਕਰ ਸਕਦੇ ਹੋ। ਇਸ ਗੱਲ ਦਾ ਮੈਨੂੰ ਥੋੜਾ ਗੁੱਸਾ ਤਾਂ ਆਇਆ ਸੀ, ਪਰ ਥੋੜਾ ਨਹੀਂ, ਬਹੁਤ ਜ਼ਿਆਦਾ ਹੀ ਆਇਆ ਸੀ, ਬਹੁਤ ਜ਼ਿਆਦਾ ਹੀ ਗੁੱਸਾ ਆਇਆ ਸੀ। ਅਤੇ ਮੈਂ ਕਿਹਾ, ਭੈਣ ਜੀ, ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ, ਇਸ ਤਰ੍ਹਾਂ ਕਦੇ ਹੋਇਆ ਵੀ ਨਹੀਂ, ਇਸ ਤਰ੍ਹਾਂ ਕਦੇ ਹੋਇਆ ਵੀ ਹੈ ਭਲਾ? ਤੁਸੀਂ ਤਾਂ ਸੂਈ ਦੇ ਨੱਕੇ ਨਾਲ ਨੱਕਾ ਜੋੜਨ ਵਾਲੀ ਗੱਲ ਕਰ ਰਹੇ ਹੋ। ਤੁਹਾਡਾ ਇਹ ਕੰਮ ਕਰਾਂ ਮੈਂ ਕੋਈ ਰੱਬ ਆ? ਦਿਨ ਨਾਲ ਦਿਨ ਤਾਂ ਪਰਮਾਤਮਾ ਹੀ ਮਿਲਾ ਸਕਦਾ ਹੈ, ਮਨੁੱਖ ਦੀ ਕੀ ਔਕਾਤ ਹੈ। ਤੁਸੀਂ ਤੇ ਮੈਂ, ਅਸੀਂ ਤਾਂ ਉਸ ਵਾਹਿਗੁਰੂ ਦੇ ਕੀੜੇ ਹਾਂ ਜੋ 6 ਲੱਤਾਂ ਲੈ ਕੇ ਵੀ ਭੱਜ ਨਹੀਂ ਸਕਦੇ, ਅਤੇ ਤੁਸੀਂ ਮੈਨੂੰ ਰੱਬ ਦਾ ਸ਼ਰੀਕ ਬਣਨ ਵਾਸਤੇ ਕਹਿ ਰਹੇ ਹੋ। 6 ਮਹੀਨੇ ਤਾਂ ਬਾਕੀ ਰਹਿ ਗਏ ਹਨ। ਇਹ ਕੰਮ ਮੈਂ ਨਹੀਂ ਕਰ ਸਕਦਾ, ਤੁਸੀਂ ਕੋਈ ਹੋਰ ਗੱਲ ਕਰੋ। ਉਹ ਕਹਿੰਦੇ ਬਸ ਇਹੀ ਕੰਮ ਹੈ, ਉਹ ਵੀ ਤੁਸੀਂ ਹੀ ਕਰਨਾ ਹੈ। ਖੈਰ, ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਉਹ ਜਲ ਪਾਣੀ ਛਕ ਕੇ ਆਪਣੇ ਘਰ ਚਲੇ ਗਏ। ਫਿਰ ਉਹ ਤਾਂ ਮੇਰੇ ਮਗਰ ਹੀ ਪੈ ਗਏ, ਕਦੇ ਭੈਣ ਜੀਆਂ ਦੇ ਘਰ ਦਾ ਗੇੜਾ ਅਤੇ ਕਦੇ ਫੋਨ ਉੱਤੇ ਵਾਰ-ਵਾਰ ਉਹੀ ਗੱਲ ਕਹਿਣੀ। ਇੱਕ ਦਿਨ ਉਹ ਸ਼ਾਮ ਦੇ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਭੈਣ ਜੀਆਂ ਦੇ ਘਰ ਹੀ ਬੈਠੇ ਰਹੇ। ਉਹ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਰਹੇ ਤੇ ਚਾਹ ਪਾਣੀ ਪੀਂਦੇ ਰਹੇ, ਪਰ ਮੈਂ ਆਪਣੇ ਕਮਰੇ ਵਿੱਚ ਹੀ ਰਿਹਾ। ਉਹਨਾਂ ਨੇ ਮੇਰੇ ਕਮਰੇ ਵਿੱਚ ਕਿੰਨੇ ਹੀ ਗੇੜੇ ਮਾਰੇ ਸਨ, ਪਰ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਸੀ ਅਤੇ ਨਾ ਹੀ ਉਹਨਾਂ ਦੀ ਵੀ ਹਿੰਮਤ ਨਹੀਂ ਪੈ ਰਹੀ ਸੀ
ਕਿ ਉਹ ਮੇਰੇ ਨਾਲ ਗੱਲ ਕਰ ਸਕਣ। 2 ਵਾਰ ਘਰ ਵਾਲੇ ਭੈਣ ਜੀ ਵੀ ਆਏ ਸਨ ਉਹਨਾਂ ਦੀ ਸਿਫਾਰਿਸ਼ ਲੈ ਕੇ, ਪਰ ਆਪਣੀ ਜ਼ਬਾਨ 'ਚੋਂ ਉਹ ਵੀ ਕੁਝ ਨਾ ਬੋਲ ਸਕੇ। ਆਖਰ ਰਾਤ ਦੇ 11 ਵੱਜ ਗਏ ਸੀ। ਮੈਂ ਉਹਨਾਂ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਕਿਹਾ, ਚਲੋ ਠੀਕ ਹੈ ਭੈਣ ਜੀ, ਤੁਹਾਡੇ ਬੱਚੇ ਦਾ ਵਿਆਹ 9/9/9 ਨੂੰ ਹੀ ਹੋ ਜਾਵੇਗਾ, ਪਰ ਤੁਹਾਨੂੰ ਬਹੁਤ ਸਖਤ ਮਿਹਨਤ ਕਰਨੀ ਪੈਣੀ ਹੈ। ਉਹ ਕਹਿੰਦੇ ਜੀ ਤੁਸੀਂ ਦੱਸੋ ਤਾਂ ਸਹੀ, ਮੈਂ ਕਰ ਲਵਾਂਗੀ। ਮੈਂ ਕਿਹਾ ਆਪਣੇ ਘਰ ਵਿੱਚ 11 ਦਿਨ ਅਖੰਡ ਜੋਤ ਜਗਾ ਕੇ ਰੱਖਣੀ ਹੋਵੇਗੀ। ਤੁਹਾਨੂੰ ਆਪਣੇ ਘਰ ਦੇ ਵਿੱਚ 11 ਦਿਨ ਅਖੰਡ ਜੋਤ ਜਗਾ ਕੇ ਰੱਖਣੀ ਹੋਵੇਗੀ। ਅੰਮ੍ਰਿਤ ਵੇਲੇ ਸਣ ਕੇ ਸੀ ਇਸ਼ਨਾਨ ਕਰਕੇ 11 ਪਾਠ ਰੋਜ਼ ਜਾਪ ਸਾਹਿਬ ਜੀ ਦੇ ਕਰਨੇ ਹਨ। 250 ਪਾਠ ਇਸ ਸ਼ਬਦ ਦਾ ਰੋਜ਼ ਕਰਨਾ ਜੋ ਮੈਂ ਤੁਹਾਨੂੰ ਸੁਣਾ ਰਿਹਾ ਹਾਂ। ਉਹ ਸ਼ਬਦ ਇਸ ਪ੍ਰਕਾਰ ਸੀ। ਸ਼ਲੋਕ ਮਹੱਲਾ 5ਵਾਂ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਇਸ ਸ਼ਬਦ ਦਾ ਪਾਠ, ਇਸ ਦਾ 250 ਪਾਠ ਰੋਜ਼ 11 ਦਿਨ ਕਰਨਾ ਅਤੇ 11 ਪਾਠ ਰੋਜ਼ ਜਾਪ ਸਾਹਿਬ ਜੀ ਦੇ 11 ਦਿਨ ਕਰਨੇ ਹਨ। 11 ਦਿਨ ਅਖੰਡ ਜੋਤ ਚਲਦੀ ਰੱਖਣੀ ਹੈ, ਬੁਝਣ ਨਹੀਂ ਦੇਣੀ ਗੀ। ਇਸ ਤਰ੍ਹਾਂ ਉਹ ਬੀਬੀ ਮੇਰੇ ਕੋਲੋਂ ਇਹ ਗੱਲ ਸੁਣ ਕੇ ਪਾਠ ਕਰਨ ਦੀ ਵਿਧੀ ਜਾਣ ਕੇ ਅਤੇ ਸਮਝ ਕੇ ਬੜੀ ਖੁਸ਼ੀ ਨਾਲ ਆਪਣੇ ਘਰ ਚਲੀ ਗਈ। 1-2 ਦਿਨਾਂ ਬਾਅਦ ਉਸਨੇ ਅਖੰਡ ਜੋਤ ਸਾਹਿਤ ਜਾਪ ਸਾਹਿਬ ਜੀ ਦੇ ਅਤੇ ਗੁਰਬਾਣੀ ਦੇ ਸ਼ਬਦ ਦੇ ਜਾਪ ਸ਼ੁਰੂ ਕਰ ਦਿੱਤੇ। 11 ਦਿਨ ਦੇ ਜਾਪ ਤੋਂ ਬਾਅਦ ਵੀ ਉਸਨੇ ਜਾਪ ਸਾਹਿਬ ਜੀ ਅਤੇ ਸ਼ਬਦ ਦੇ ਜਾਪ ਚਾਲੂ ਰੱਖੇ। ਸਮਾਂ ਪਾ ਕੇ ਦੋਹਾਂ ਪਰਿਵਾਰਾਂ ਦੀ ਕੁੜੀ ਮੁੰਡੇ ਦੇ ਵਿਆਹ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਅਤੇ ਕੁੜੀ ਵਾਲਿਆਂ ਨੇ ਰਿਸ਼ਤਾ ਪੱਕਾ ਕਰ ਦਿੱਤਾ। 9/9/2009 ਦਾ ਦਿਨ 9/9/2009 ਦਾ ਦਿਨ ਪੱਕਾ ਵੱਜ ਗਿਆ। ਉਹਨਾਂ ਦੋਵਾਂ ਪਰਿਵਾਰਾਂ ਨੇ ਇੰਡੀਆ ਆ ਕੇ ਬੜੀ ਧੂਮ-ਧਾਮ ਨਾਲ ਆਪਣੇ ਬੱਚਿਆਂ ਦੀ ਸ਼ਾਦੀ ਕੀਤੀ। ਸੋ ਸੰਗਤ ਜੀ, ਇਸ ਤਰ੍ਹਾਂ ਸ੍ਰੀ ਜਾਪ ਸਾਹਿਬ ਜੀ ਦੀ ਬਾਣੀ ਦੀ ਸ਼ਕਤੀ ਨਾਲ ਅਤੇ ਗੁਰਬਾਣੀ ਦੇ ਸ਼ਬਦ ਦੀ ਸ਼ਕਤੀ ਨਾਲ ਇਹ ਕਾਰਜ ਸਿਰੇ ਚੜ੍ਹ ਗਿਆ। ਮੇਰੇ ਕਲੀਆਂ ਵਾਲੇ ਪਾਤਸ਼ਾਹ ਜੀ ਨੇ ਮੇਰੀ ਵੀ ਲਾਜ ਰੱਖ ਲਈ। ਇਹ ਗੁਰਬਾਣੀ ਦੀ ਪਾਵਰ ਹੈ, ਪੁੱਠੇ ਲੇਖ ਸਿੱਧੇ ਕਰ ਦਿੰਦੀ ਹੈ ਜੇ ਗੁਰਬਾਣੀ ਨੂੰ ਪਿਆਰ ਨਾਲ ਪੜ੍ਹੀਏ, ਸ਼ਰਧਾ ਨਾਲ ਪੜ੍ਹੀਏ। ਅਤੇ ਜੋ ਲੇਖਾਂ ਦੇ ਵਿੱਚ ਟਾਈਮ ਸਮਾਂ ਨਹੀਂ ਵੀ ਹੁੰਦਾ, ਉਹ ਵੀ ਵਾਹਿਗੁਰੂ ਜੀ ਸਾਹਮਣੇ ਲਿਆ ਖੜਾ ਕਰਦੇ ਹਨ। ਜਾਂ ਇੱਦਾਂ ਕਹਿ ਲਓ ਕਿ ਜੋ ਨਹੀਂ ਵੀ ਲਿਖਿਆ ਹੁੰਦਾ ਬੰਦੇ ਦੇ ਸੰਜੋਗਾਂ ਦੇ ਵਿੱਚ, ਕਰਮਾਂ ਵਿੱਚ, ਉਹ ਸਤਿਗੁਰਾਂ ਦੀ ਬਾਣੀ ਪੜ੍ਹ ਕੇ ਜਾਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਕੇ ਅਸੀਂ ਵਾਹਿਗੁਰੂ ਜੀ ਕੋਲੋਂ ਲਿਖਵਾ ਸਕਦੇ ਹਾਂ। ਜਿਵੇਂ ਮਾਤਾ ਸੁਲੱਖਣੀ ਜੀ ਨੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ
ਪੁੱਤਰ ਦੀ ਦਾਤ ਮੰਗਣੀ ਚਾਹੀ, ਮੰਗਣ ਵਾਸਤੇ ਗਈ, ਕਲਮ ਤੇ ਦਵਾਤ ਨਾਲ ਲੈ ਕੇ ਗਈ ਸੀ। ਮਹਾਰਾਜ ਕਹਿੰਦੇ ਭਾਈ ਤੇਰੇ ਕਰਮਾਂ ਵਿੱਚ ਤਾਂ ਪੁੱਤਰ ਹੀ ਹੈ ਨਹੀਂਗਾ। ਕਹਿੰਦੀ ਮਹਾਰਾਜ ਜੇ ਨਹੀਂ ਲਿਖਿਆ ਤਾਂ ਤੁਸੀਂ ਹੁਣ ਲਿਖ ਦਿਓ, ਉੱਥੇ ਵੀ ਤੁਸੀਂ ਲਿਖਣਾ ਸੀਗਾ, ਉੱਥੇ ਨਹੀਂ ਲਿਖਿਆ ਤਾਂ ਇੱਥੇ ਲਿਖ ਦਿਓ। ਉਹ ਬਹੁਤ ਸ਼ਰਧਾ ਦੇ ਨਾਲ ਜਿੱਦ ਕਰਨ ਲੱਗੀ। ਸਤਿਗੁਰੂ ਜੀ ਨੇ ਕਿਹਾ ਲਿਆ ਭਾਈ ਫਿਰ ਇੱਕ ਪੁੱਤਰ ਲਿਖ ਦਿੰਦੇ ਆ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦੇ ਲਿਆਂਦੇ ਹੋਏ ਕਾਗਜ਼ ਦੇ ਉੱਤੇ ਸ਼ਾਹੀ ਨਾਲ ਲਿਬੜੀ ਕਲਮ ਦੇ ਨਾਲ ਜਦ ਏਕਾ ਪਾਉਣ ਲੱਗੇ ਤਾਂ ਘੋੜੇ ਨੇ ਆਪਣਾ ਸੁੰਭ ਹਿਲਾ ਦਿੱਤਾ। ਸੁੰਭ ਹਿਲਾਉਣ ਦੇ ਨਾਲ ਸਤਿਗੁਰੂ ਜੀ ਦਾ ਹੱਥ ਹਲ ਗਿਆ ਤੇ ਏਕੇ ਦੀ ਥਾਂ ਤੇ ਸਾਤਾ ਪੈ ਗਿਆ, ਕਿਉਂਕਿ ਗੁਰਮੁਖੀ ਦਾ ਏਕਾ ਅਤੇ ਸਾਤਾ, ਏਕੇ ਦੀ ਅਤੇ ਸਾਤੇ ਦੀ ਘੁੰਡੀ ਜਿਹੜੀ ਹੈਗੀ ਉਹ ਇੱਕੋ ਜਿਹੀ ਹੀ ਹੈ, ਥੋੜਾ ਜਿਹਾ ਹੀ ਫਰਕ ਹੁੰਦਾ ਹੈ। ਸੋ ਗੁਰਮੁਖੀ ਦਾ ਏਕਾ ਪਾਉਣ ਲੱਗੇ ਘੋੜੇ ਦੀ ਸੁੰਭ ਹਿਲਾਉਣ ਨਾਲ ਉਹ ਏਕੇ ਦਾ ਸਾਤਾ ਬਣ ਗਿਆ। ਤੇ ਉਸ ਬੀਬੀ ਦੇ ਘਰ 7 ਪੁੱਤਰ ਹੋਏ ਸਨ ਸਤਿਗੁਰੂ ਜੀ ਦੇ ਬਖਸ਼ਿਸ਼ ਦੇ ਨਾਲ। ਸੋ ਇਸ ਤਰ੍ਹਾਂ ਭਾਈ ਸਤਿਗੁਰਾਂ ਜੀ ਦੇ ਉੱਪਰ ਸ਼ਰਧਾ ਰੱਖਣ ਨਾਲ, ਸਤਿਗੁਰਾਂ ਜੀ ਦੀ ਬਾਣੀ ਪੜ੍ਹਨ ਦੇ ਨਾਲ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨ ਦੇ ਨਾਲ, ਕੋਈ ਵੀ ਪੜ੍ਹ ਲਓ ਸ਼ਰਧਾ ਨਾਲ, ਭਾਵੇਂ 10ਵੇਂ ਗ੍ਰੰਥ ਦੀ ਬਾਣੀ ਪੜ੍ਹੋ, ਭਾਵੇਂ 11ਵੇਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹੋ, ਦੋਵਾਂ ਵਿੱਚ ਹੀ ਬਹੁਤ ਤਾਕਤ ਹੈ, ਪਰ ਸ਼ਰਧਾ ਤੇ ਪਿਆਰ ਹੋਣਾ ਚਾਹੀਦਾ ਪੜ੍ਹਨ ਲੱਗਿਆ। ਸੋ ਇਸ ਤਰ੍ਹਾਂ ਇਸ ਬੀਬੀ ਦਾ ਕਾਰਜ ਵੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਰਾਸ ਕਰ ਦਿੱਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਸ ਕਰ ਦਿੱਤਾ। ਇਸ ਦੇ ਨਾਲ ਮੇਰੀ ਵੀ ਲਾਜ ਰਹਿ ਗਈ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਮੇਰੇ ਸਿਰ ਤੇ ਵੀ ਹੱਥ ਰੱਖਤਾ। ਸੋ ਸੰਗਤ ਜੀ, ਇਸ ਤਰ੍ਹਾਂ ਅਸੀਂ ਵੀ ਆਪਣੇ ਔਖੇ ਤੋਂ ਔਖੇ ਕੰਮ ਗੁਰਬਾਣੀ ਪੜ੍ਹ ਕੇ ਪੂਰੇ ਕਰ ਸਕਦੇ ਹਾਂ। ਗੁਰਬਾਣੀ ਦਾ ਅਭਿਆਸ ਕਰਿਆ ਕਰੋ, ਮਨ ਨੂੰ ਨੀਵਾਂ ਰੱਖੋ, ਆਪਣੇ ਆਪ ਨੂੰ ਨਿੰਦਿਆ ਚੁਗਲੀ ਤੋਂ ਰਹਿਤ ਰੱਖੋ, ਸ਼ਾਕਾਹਾਰੀ ਭੋਜਨ ਖਾ ਕੇ ਅਤੇ ਨਾਮ ਜਪ ਜਪ ਕੇ ਆਪਣੇ ਆਪ ਨੂੰ ਅੰਦਰੋਂ ਬਾਹਰੋਂ ਨਿਰਮਲ ਅਤੇ ਪਵਿੱਤਰ ਕਰ ਲਵੋ। ਫਿਰ ਸਤਿਗੁਰੂ ਜੀ ਆਪੇ ਤੁਹਾਡੇ ਕੰਮ ਕਰਨਗੇ। ਤੁਸੀਂ ਤਾਂ ਕਰਮ ਕਰਨਾ ਹੈ, ਕੰਮ ਵਾਹਿਗੁਰੂ ਨੇ ਕਰਨਾ। ਅਗਰ ਜੇ ਅਸੀਂ ਕਰਮ ਹੀ ਨਹੀਂ ਕਰ ਸਕਦੇ, ਫਿਜ਼ੀਕਲੀ ਸਰੀਰ ਨੂੰ ਸਾਫ ਸੁਥਰਾ ਨਹੀਂ ਰੱਖ ਸਕਦੇ, ਆਪਦੇ ਮੂੰਹ ਨੂੰ ਸੁੱਚਾ ਨਹੀਂ ਰੱਖ ਸਕਦੇ, ਖਾਣ ਪੀਣ ਤੇ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਕਰ ਸਕਦੇ, ਤੇ ਫਿਰ ਅਸੀਂ ਕਿੱਦਾਂ ਸੋਚ ਸਕਦੇ ਹਾਂ ਕਿ ਸਤਿਗੁਰੂ ਸਾਡੇ ਕੰਮ ਕਰਨ? ਇੱਦਾਂ ਨਹੀਂ ਹੋ ਸਕਦਾ। ਫਿਜ਼ੀਕਲੀ ਵੀ ਆਪਣੇ ਆਪ ਨੂੰ ਸੰਭਾਲ ਕੇ ਰੱਖੋ, ਸੁੱਚੇ ਪਵਿੱਤਰ ਰੱਖੋ, ਜ਼ੁਬਾਨ ਕਰਕੇ ਵੀ ਆਪਣੇ ਆਪ ਨੂੰ ਪਵਿੱਤਰ ਰੱਖੋ, ਆਪਦੀਆਂ ਅੱਖਾਂ ਕਰਕੇ ਵੀ ਆਪਣੇ ਆਪ ਨੂੰ ਪਵਿੱਤਰ ਰੱਖੋ। ਕਿਸੇ ਨੂੰ ਅੱਖਾਂ ਨਾ ਦੇਖ ਕੇ ਚੰਗਾ ਮਾੜਾ, ਉੱਚਾ ਨੀਵਾਂ, ਗਰੀਬ ਅਮੀਰ ਨਾ ਸਮਝੋ। ਆਪਣੀਆਂ ਅੱਖਾਂ ਨਾਲ ਕਿਸੇ ਦੇ ਰੂਪ ਰੰਗ ਨੂੰ ਵੇਖ ਕੇ ਮਨ ਵਿੱਚ ਬੁਰੇ ਖਿਆਲ ਨਾ ਲੈ ਕੇ ਆਓ। ਜ਼ੁਬਾਨ ਨੂੰ ਵੀ ਪਵਿੱਤਰ ਰੱਖੋ, ਕੰਨਾਂ ਨੂੰ ਵੀ ਪਵਿੱਤਰ ਰੱਖੋ, ਨਿੰਦਾ ਚੁਗਲੀ ਨਾ ਕਰੋ। ਹਰ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਪਵਿੱਤਰ ਰੱਖਣਾ ਪੈਣਾ ਜੇ ਵਾਹਿਗੁਰੂ ਜੀ ਕੋਲੋਂ ਕੰਮ ਕਰਾਉਣਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਅਸੀਂ ਵਾਹਿਗੁਰੂ ਜੀ ਦੇ ਕੋਲੋਂ, ਸਤਿਗੁਰਾਂ ਜੀ ਤੋਂ ਕੋਲੋਂ ਆਪਣੇ ਕੰਮ ਕਰਵਾ ਸਕਦੇ ਹਾਂ ਤੇ ਉਹ ਸਾਡੇ ਕੰਮ ਜ਼ਰੂਰ ਕਰਨਗੇ। ਸੋ ਸੰਗਤ ਜੀ, ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।